am Assistant Professor Ramanpreet Kaur from GN Girls College Patiala. As you know that in previous video we had discussed some literary terms. In this video I will discuss the rest of the literary terms. So from the first one is metaphor. Metaphor is a figure of speech in which a comparison is expressed between two things essentially unlike. So ਕੀ ਹੈ ਮੈਟਾਫਰ ਕੀ ਹੈ? ਜਿਵੇਂ ਕਿ ਅਸੀਂ ਲਾਸਟ ਵੀਡੀਓ ਦੇ ਵਿੱਚ ਕਨਸੀਟ ਦੇ ਟਰਮ ਦੀ ਗੱਲ ਕੀਤੀ ਸੀਗੀ, ਉਹੀ ਡੈਫੀਨੇਸ਼ਨ ਐਜ਼ ਇਟ ਇਜ਼ ਮੈਟਾਫਰ ਦੀ ਹੈ ਕਿ ਮੈਟਾਫਰ ਇੱਕ ਇੱਦਾਂ ਦੀ ਫਿਗਰ ਆਫ ਸਪੀਚ ਹੈ ਜੋ ਕੰਪੈਰੀਜ਼ਨ ਕਰਦੀ ਹੈ ਦੋ ਚੀਜ਼ਾਂ ਦੇ ਵਿੱਚ, ਤੇ ਉਹ ਦੋ ਚੀਜ਼ਾਂ ਆਪਸ ਦੇ ਵਿੱਚ ਬਿਲਕੁਲ ਵੀ ਸਿਮਿਲਰ ਨਹੀਂ ਹੁੰਦੀਆਂ। So the second one is simile. It is a figure of speech in which a comparison is made by the specific use of a word or phrase. So अगर ਅਸੀਂ simile ਦੀ ਗੱਲ ਕਰੀਏ ਤਾਂ ਇਹ ਵੀ ਇੱਕ ਤਰ੍ਹਾਂ figure of speech ਹੈ, part of a figure of speech ਹੈ ਜਿਸ ਦੇ ਵਿੱਚ ਵੀ ਇੱਕ comparison ਹੁੰਦਾ, but is a comparison metaphor ਤੋਂ totally ਅਲੱਗ ਹੁੰਦਾ। ਕਿਵੇਂ ਇਹ ਕੰਪੈਰੀਜ਼ਨ ਕਰਦਾ ਹੈ ਇੱਕ ਵਰਡ ਨੂੰ ਯੂਜ਼ ਕਰਕੇ ਜਾਂ ਫਿਰ ਕਿਸੇ ਫਰੇਜ਼ ਨੂੰ। ਫਰੇਜ਼ ਕੀ ਹੁੰਦਾ ਹੈ? ਗਰੁੱਪ ਆਫ ਵਰਡਸ। ਸੋ ਕਿਸੇ ਸਪੈਸੀਫਿਕ ਵਰਡ ਦੇ ਨਾਲ ਜਾਂ ਫਿਰ ਗਰੁੱਪ ਆਫ ਵਰਡਸ ਦੇ ਨਾਲ ਕਿਸੇ ਚੀਜ਼ ਦਾ ਕੰਪੈਰੀਜ਼ਨ ਕਰਨਾ ਹੀ ਸਿਮਿਲੀ ਨੂੰ ਪਰਫਾਰਮ ਕਰਦਾ ਹੈ। ਸੋ ਦ ਨੈਕਸਟ ਵਨ ਇਜ਼ ਪਰਸੋਨੀਫਿਕੇਸ਼ਨ। ਪਰਸੋਨੀਫਾਈ ਕਰਨਾ ਕਿਸੇ ਚੀਜ਼ ਨੂੰ। It consists in giving the attributes of a human being to an animal, object or a concept. So personification ਕੀ ਹੁੰਦਾ? ਇੱਕ ਇਦਾਂ ਦੇ ਐਟਰੀਬਿਊਟਸ ਹੁੰਦੇ ਨੇ ਕਿ ਇਦਾਂ ਦੀ ਕੁਆਲਿਟੀਆਂ ਹੁੰਦੀਆਂ ਨੇ ਜੋ ਇੱਕ ਹਿਊਮਨ ਲਾਈਫ ਨੂੰ ਕਿਸੇ ਜਾਨਵਰ ਨਾਲ ਜੋੜਦੀਆਂ ਨੇ, ਕਿਸੇ ਆਬਜੈਕਟ ਨਾਲ ਜੋੜਦੀਆਂ ਨੇ ਜਾਂ ਫਿਰ ਕਿਸੇ ਕਨਸੈਪਟ ਦੇ ਨਾਲ ਉਹਨੂੰ ਇੰਟਰਲਿੰਕ ਕਰਦੀਆਂ ਨੇ। ਸੋ ਕਿਸ ਚੀਜ਼ ਨੂੰ ਮੈਂਸ਼ਨ ਕਰਦੇ ਨੇ? ਪਰਸੋਨੀਫਿਕੇਸ਼ਨ ਨੂੰ। ਸੋ ਦ ਨੈਕਸਟ ਵਨ ਇਜ਼ ਐਲੀਗਰੀ। ਐਲੀਗਰੀ ਕੀ ਹੈ? ਇਟ ਇਜ਼ ਅ ਨੈਰੇਟਿਵ ਔਰ ਡਿਸਕ੍ਰਿਪਸ਼ਨ। ਸੋ ਨੈਰੇਟਿਵ ਕੀ ਹੈ? ਅ ਲੌਂਗ prose। सो कि जो एज इट इज लाइन टू लाइन लिखा है विदाउट एनी राइम, विदाउट एनी मीटर। सो कि एलिगरी एक नैरेटिव है, एक डिस्क्रिप्शन है दैट हैज अ सेकंड मीनिंग beneath the surface one। सो कि एक इधर का नैरेटिव है, एक इधर का डिस्क्रिप्शन है जो जिसका की है कोई वर्ड आप यूज कर रहे हैं, कोई फ्रेज आप यूज कर रहे हैं, उसका सेकंड मीनिंग भी निकलता होवे ਤੇ ਉਹ ਜੋ ਸੈਕਿੰਡ ਮੀਨਿੰਗ ਆਪਾਂ ਸਮਝਦੇ ਹੋਵਾਂਗੇ ਉਹ ਫਰਸਟ ਦੀ ਕੁਝ ਰੈਫਰੈਂਸ ਦੇ ਨਾਲ ਹੀ ਆਪਾਂ ਸਮਝਾਂਗੇ। ਸੋ ਉਸ ਚੀਜ਼ ਨੂੰ ਕੀ ਮੈਂਸ਼ਨ ਕਰਦਾ ਹੈ? ਐਲੀਗਰੀ। ਸੋ ਦ ਨੈਕਸਟ ਵਨ ਇਜ਼ ਫਿਗਰੇਟਿਵ ਲੈਂਗੁਏਜ। ਫਿਗਰੇਟਿਵ ਕੀ ਹੈ? ਕੁਝ ਚੀਜ਼ ਨੂੰ ਫਿਗਰਸ ਦੇ ਵਿੱਚ ਰੱਖਣ ਵਾਲੀ। ਮੋਸਟਲੀ ਇਟ ਯੂਜ਼ਸ ਦ ਫਿਗਰਸ ਆਫ ਸਪੀਚ। ਅਗਰ ਅਸੀਂ ਜ਼ਿਆਦਾਤਰ ਗੱਲ ਕਰੀਏ ਤਾਂ ਜੋ ਫਿਗਰੇਟਿਵ ਲੈਂਗੁਏਜ ਹੈ ਉਹਦੇ ਵਿੱਚ ਫਿਗਰਸ ਆਫ ਸਪੀਚ ਯੂਜ਼ ਹੁੰਦੀਆਂ ਨੇ। Figures of it can be metaphors, simile, personification, allegory, symbols, etc. So figures of speech ਕਿਹੜੀਆਂ ਨੇ ਜੋ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਜਿਵੇਂ ਕਿ ਮੈਟਾਫਰ ਹੋ ਗਿਆ, simile ਹੋ ਗਿਆ, personification ਹੋ ਗਿਆ, allegory ਹੋ ਗਿਆ। ਸੋ ਇਹ ਕੀ ਨੇ? ਫਿਗਰਸ ਆਫ ਸਪੀਚ ਨੇ। ਸੋ ਫਿਗਰੇਟਿਵ ਲੈਂਗੁਏਜ ਦੇ ਵਿੱਚ ਫਿਗਰਸ, ਜਿਵੇਂ ਕਿ ਇਹਦੇ ਨੇਮ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਕੁਝ ਫਿਗਰੇਟਿਵ ਚੀਜ਼ਾਂ ਮੈਂਸ਼ਨ ਹੋ ਰਹੀਆਂ ਨੇ। ਸੋ ਪਾਰਟਸ ਆਫ ਫਿਗਰਸ ਅਗਰ ਗੱਲ ਕਰੀਏ ਤਾਂ ਉਹਨੇ ਮੈਟਾਫਰ, simile, personification, allegory। ਸੋ ਇਹ ਸਭ ਚੀਜ਼ਾਂ, ਇਹ ਸਭ ਫਿਗਰਸ ਆਫ ਸਪੀਚ ਫਿਗਰੇਟਿਵ ਲੈਂਗੁਏਜ ਦੇ ਵਿੱਚ ਯੂਜ਼ ਹੁੰਦੀਆਂ ਨੇ। ਇਟ ਇਜ਼ ਅ ਵੇ ਆਫ ਸੇਇੰਗ ਸਮਥਿੰਗ ਅਦਰ ਦੈਨ ਦਾ ਲਿਟਰਲ ਮੀਨਿੰਗ ਆਫ ਦੀ ਵਰਡਸ। ਪਰ ਇਹਦਾ ਐਕਚੁਅਲ ਚ ਮਤਲਬ ਕੀ ਹੁੰਦਾ ਹੈ? ਜੋ ਇੱਕ ਵਰਡ ਦਾ ਸਪੈਸੀਫਿਕਲੀ ਲਿਟਰਲ ਮੀਨਿੰਗ, ਜਿਵੇਂ ਕਿ ਲਿਟਰੇਚਰ ਦੇ ਨਾਲ ਇੱਕ ਮਿਲਦਾ ਜੁਲਦਾ ਕੋਈ ਮੀਨਿੰਗ ਹੋਵੇ, ਉਸ ਤੋਂ ਬਿਲਕੁਲ ਵੱਖ ਮੀਨਿੰਗ ਉਹ ਸਾਨੂੰ ਮੈਂਸ਼ਨ ਕਰਦਾ ਹੈ। ਸੋ ਉਹ ਸਭ ਵਰਡਸ ਕਿਸ ਦੇ ਵਿੱਚ ਆਉਂਦੇ ਨੇ? ਫਿਗਰੇਟਿਵ ਲੈਂਗੁਏਜ ਦੇ ਵਿੱਚ। ਸੋ ਦ ਲਾਸਟ ਵਨ ਇਜ਼ ਆਇਰਨੀ। ਆਇਰਨੀ ਕੀ ਹੈ? ਆਇਰਨੀ ਹੈਜ਼ ਇਟਸ ਮੀਨਿੰਗ ਦੈਟ ਐਕਸਟੈਂਡ ਬਿਯੋਂਡ ਇਟਸ ਯੂਜ਼ merely as a figure of speech, verbal irony saying something opposite of what one means। so ਕੀ ਹੈ? irony ਇੱਕ ਇਦਾਂ ਦਾ ਮੀਨਿੰਗ ਹੈ ਜੋ ਕਿ ਕਿਸੇ ਦੀ ਜੋ ਇੱਕ ਲਿਮਿਟਡ ਮੀਨਿੰਗ ਹੁੰਦਾ ਉਸ ਤੋਂ ਵੀ ਵੱਧ ਕੇ ਕੁਝ ਆਪਾਂ ਨੂੰ ਮੈਂਸ਼ਨ ਕਰਦਾ ਹੈ, ਠੀਕ ਹੈ, ਕੁਝ ਕਲੈਰੀਫਾਈ ਕਰਦਾ, ਕੁਝ ਕਲੈਰੀਫਿਕੇਸ਼ਨ ਦਿੰਦਾ। ਇਹ ਆਪਣੀ ਲਿਟਰੇਰੀ ਟਰਮ ਦੀ ਜੋ ਬਾਉਂਡਰੀਜ਼ ਹੁੰਦੀਆਂ ਨੇ ਉਸ ਤੋਂ ਨਿਕਲ ਕੇ ਵੀ ਆਪਣਾ ਪਾਰਟ ਬਹੁਤ ਅੱਛਾ ਪਲੇ ਕਰਦਾ। ਸੋ ਇਹਦੇ ਵਿੱਚ ਮੈਂ ਡਿਸਕਸ ਕੀਤਾ ਵਰਬਲ ਆਇਰਨੀ। ਅਸੀਂ ਵਰਬਲ ਆਇਰਨੀ ਦੀ ਗੱਲ ਕਰਾਂਗੇ। saying something opposite of what one means। ਸੋ ਕੀ ਹੈ? ਇੱਕ ਚੀਜ਼ ਕੀ ਹੈ? ਨੋਵਲ ਜਿਵੇਂ ਅਸੀਂ ਗੱਲ ਕਰੀਏ ਕਿ ਉਹਦੇ ਵਿੱਚ ਕੀ ਹੋਇਆ, ਇੱਕ ਮਤਲਬ ਇੱਕ ਅਗਰ ਆਪਾਂ ਪੈਰਾਗ੍ਰਾਫ ਦੀ ਗੱਲ ਕਰੀਏ ਸਪੈਸੀਫਿਕਲੀ ਤਾਂ ਉਹਦੇ ਵਿੱਚ ਕੁਝ ਗੱਲਾਂ ਕੀਤੀਆਂ ਹੋਈਆਂ ਹੁੰਦੀਆਂ ਨੇ, ਬਟ ਕੀ ਹੈ ਉਹਦੇ ਵਿੱਚ ਕਈ ਵਾਰ ਫਿਗਰੇਟਿਵ ਲੈਂਗੁਏਜ ਮਤਲਬ ਕਿ ਆਇਰਨੀ ਜੋ ਹੈ ਉਹ ਯੂਜ਼ ਕੀਤੀ ਹੋਈ ਹੁੰਦੀ ਹੈ। ਮਤਲਬ ਜੋ ਇੱਕ ਸਪੈਸੀਫਿਕਲੀ ਆਈਡੀਆਜ਼ ਦਿੱਤੇ ਹੋਏ ਹੁੰਦੇ ਨੇ ਉਸ ਤੋਂ ਟੋਟਲੀ ਆਪੋਜ਼ਿਟ ਉਸ ਚੀਜ਼ ਦਾ ਅਸਲ ਦੇ ਵਿੱਚ ਮਤਲਬ ਹੁੰਦਾ ਹੈ। ਸੋ ਇਹ ਸੀ ਮੈਟਾਫਰ, ਸਿੰਗਲੀ, ਪਰਸੋਨੀਫਿਕੇਸ਼ਨ, ਐਲੀਗਰੀ, ਫਿਗਰੇਟਿਵ ਲੈਂਗੁਏਜ, ਆਇਰਨੀ। Next term I want to discuss, that is elegy. And elegy is a term and a lyric which attends personal bereavement and sorrow। So bereavement and sorrow की ਹੁੰਦਾ? दुख तकलीफां। So की है एक elegy एक इधर ਦੀ term है, एक इधर ਦੇ lyrics ने जो की है किस चीज़ ਨੂੰ ਬੋਲਦੇ ਨੇ? ਕਿਸੇ ਦੇ ਦੁੱਖ ਨੂੰ, ਦੁੱਖ ਤਕਲੀਫਾਂ ਬਾਰੇ ਗੱਲ ਕਰਦੇ ਨੇ।
It should be characterized by absolute sincerity of emotion and expression. So अगर ਅਸੀਂ ਇਸ characteristics ਦੀ ਗੱਲ ਕਰੀਏ ਤਾਂ ਇਹਨੂੰ characterize ਕੀਤਾ ਜਾ ਸਕਦਾ ਹੈ ਕਿਸ ਦੇ ਨਾਲ, emotions ਦੇ expressions ਦੇ ਨਾਲ। ਕਿਸੇ ਚੀਜ਼ ਨੂੰ express ਕਰਨ ਦੇ ਨਾਲ, ਆਪਣੀ emotions, ਆਪਣੀ feelings, ਆਪਣੇ griefs ਨੂੰ ਕਿਸੇ ਦੇ ਨਾਲ share ਕਰਨ ਦੇ ਨਾਲ, ਜਾਂ ਫਿਰ ਉਸ ਨੂੰ ਇੱਕ poetry ਦੀ form ਦੇ ਦੇਣ ਦੇ ਨਾਲ ਅਸੀਂ ਆਪਣੇ ਜੋ feelings ਹੁੰਦੀਆਂ ਨੇ, emotions ਹੁੰਦੇ ਨੇ, ਉਹਨਾਂ ਨੂੰ express ਕਰ ਸਕਦੇ ਹਾਂ। इट इज़ एन एक्सप्रैशन ऑफ ग्रीफ, जिमें मैं थोड़ा पहले दस चुकी कि एक एक्सप्रैशन है, एक एक्सप्रैस करने की फीलिंग है, बट किस चीज़ को, एक ग्रीफ को, दुख को। सो ये सी एलिजी। सो द नेक्स्ट वन इज हेकू। इट इज़ द मोस्ट इंपॉर्टेंट फॉर्म्स ऑफ ट्रेडिशनल जैपनीज पोएट्री। सो ये हेकू की है नाम तो ही पता लग रहा है कि इंडियन फॉर्म नहीं है ये, एक ये जिमें आप गल करें कि एक सब तो इंपॉर्टेंट फॉर्म है, बट किस चीज़ की, ट्रेडिशनल जैपनीज पोइट्री की एक पुरानी फॉर्म है ये। इट इज़ वेरी शॉर्ट पोइटिक फॉर्म, बहुत शॉर्ट पोइटिक फॉर्म है। इसमें बहुत अगर गल करिए तो शॉर्ट पोइम्स लिखने के लिए ही यूज़ किया जाता है। ट्रेडिशनल हेकू कंसिस्टेड ऑफ 3 लाइन्स ऑफ 5, 7 and 5 यूनिट्स ईच। अगर असी गल करिए कि अगर शॉर्ट पोइम है तो यह स्टैंजास दे विच होंदी है, कई बार की होंदी है 5 लाइन्स की होंदी है, 7 की होंदी है, ये फिर कई बार होंगे इकट्ठे एक स्टैंजे दे विच ही 5 लाइन्स होंदियां ने। सो द नेक्स्ट वन इज हिम। हिम की है, हिम डिनोट्स अ सॉन्ग दैट सेलिब्रेट्स गॉड और एक्सप्रेसेस रिलीजियस फीलिंग्स। सो हिम की एक इदां दा सॉन्ग है जो कि परमात्मा के ऊपर गाया जाता है, परमात्मा लिए गाया जाता है। जिवें किसी सिख रिलीजन की गल करिए उसदे विच कीर्तन नूं गाया जाता है फॉर द प्रेज ऑफ लॉर्ड। वो जो शब्द गाए होंगे ने वो कि गुरु ग्रंथ साहिब जी की बाणी दे विचों होंगे ने। सो वो भी एक हिम का ही पार्ट होंगे ने। The writing of religious hymns continued through the period of Renaissance. बट अगर असी गल करिए कि हिम की शुरुआत कितों हुई तो एक पीरियड सी रेनेसां। सो उस पीरियड को लेकर हुण तक की हिम की शुरुआत हुई तो वो प्रॉपर वे के नाल कॉन्टीन्यूटी दे विच चल रही है। सो द लास्ट नेक्स्ट वन इज हाइपरबोल। हाइपरबोल की है, इट इज़ अ बोल्ड एक्सटेरियर स्टेटमेंट। सो बोल्ड एक्सटेरियर मतलब कि किसी चीज़ को बता चढ़ा के दसने वाली कोई फॉर्म है जो किसी चीज़ को पर्टिकुलर चीज़ के ऊपर अगर गल करे तो उसके ऊपर काफ़ी मौजूदगी चीज़ा दस सकती हैं। वो कि एडवांटेजेस हो सकते हैं, डिसएडवांटेजेस हो सकते हैं, उसकी यूसेजेस की गल हो सकती है। इट इज़ अ फिगर ऑफ स्पीच दैट एम्फेसाइज समथिंग। सो एक इदा की फिगर ऑफ स्पीच है जो किसी चीज़ को एम्फेसाइज करती है, मतलब कि पूरे वे प्रॉपर वे एक्सप्लेन करती है। सो द लास्ट वन इज लिरिक। लिरिक की है, लिरिक्स जिमें कि हमें पता है अपने वर्ड्स जो एक सॉन्ग के भी वर्ड्स होंगे, वर्डिंग होंगी है, उन्होंने भी असी लिरिक्स कह सकते हैं। सॉरी लिरिक्स कहते हैं असी असल उन्होंने। तो लिरिक की है उदा के ही कुछ वर्ड्स ने। सो असी गल करते हैं इट इज़ अ फेयरली शॉर्ट पोएम। फेयरली मतलब कि परियां के उपर अगर गल करिए परियां के उपर जो एक चीज़ डिपेंड होती है उदा की एक पोइटिक फॉर्म है जो परियां के देशों की गल कर या फिर परियां के लाइफ स्टाइल बारे गल कर। ये ज़्यादातर असी गल करें फिक्शन की होंगे ने, इमेजिनेशन पर भी डिपेंड होंगे ने। द लिरिक इज अटर्ड इन द फर्स्ट परसन। सो कि जो लिरिक है वो कि एक परसन के राही ही बोली जाती है, बट इन द फर्स्ट परसन मे नॉट नेसेसरी द पोइट हिमसेल्फ। पर यह जरूरी नहीं कि वो फर्स्ट परसन जो उस चीज़ को बोल रहा है वो खुद ही उस पोइम का एक पोइट होगा। सो ए सी एलिजी, हेकू, हिम, हाइपरबोल, लिरिक। सो नैक्सट वीडियो विच असी कुछ बाकी दियाँ पोइटिक फॉर्म्स डिस्कस करांगे। होप करदी हां कि तुहानूं क्लीयर हो रही होणगियां। सो थैंक यू सो मच। गुड मॉर्निंग डियर स्टूडेंट्स, मेरा नाम राजविंदर कौर है तो मैं GN गर्ल्स कॉलेज ऑफ एजुकेशन पटियाला विच एज अ B.Ed असिस्टेंट प्रोफैसर वजों टीच करती हाँ। अज की अपनी क्लास का विषा टीचिंग ऑफ SST दे विच टीचिंग मैथड के अंडर लैक्चर मैथड है। तो सब तो पहला आपां टीचिंग मैथड्स का मीनिंग देखते हाँ। अध्यापन विधि या टीचिंग मैथड एक अजिहा साधन या रिसोर्स होंदा है जिसके द्वारा कंटेंट या विषय वस्तु विद्यार्थियों तक पहुँचाया जाता है। तो हरेक अध्यापक लई अध्यापन विधि जिहड़ी आ बराबर होंदी है तो वो अपने समय, स्थान ਅਤੇ विषय वस्तु के संबंध में अध्यापन विधि की चोण करता है। तो अपना लैक्चर मैथड टीचर सेंटर्ड होंदा है ਅਤੇ जिस दे विच बोल के अध्यापक द्वारा औरली स्टूडेंट्स नूं विषय बारे जानकारी प्रदान की जाती है। तो इस दे विच लैक्चर मैथड के अधीन
ਇਸ ਦੀ ਸਫਲਤਾ ਟੀਚਰ ਦੀ ਸ਼ਖਸੀਅਤ ਤੇ ਨਿਰਭਰ ਕਰਦੀ ਹੈ। ਲੈਕਚਰ ਮੈਥਡ ਦੇ ਵਿੱਚ ਕਰੈਕਟਰਿਸਟਿਕਸ ਟੂ ਮੋਟੀਵੇਟ ਸਟੂਡੈਂਟਸ, ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ। ਸਭ ਤੋਂ ਪਹਿਲਾ ਅਧਿਆਪਕ ਦਾ ਕੰਮ ਕਲਾਸਰੂਮ ਦੇ ਵਿੱਚ ਵਿਦਿਆਰਥੀਆਂ ਨੂੰ ਸਮਾਜਿਕ ਅਧਿਐਨ ਦੇ ਵਿਸ਼ੇ ਦੇ ਸੰਬੰਧ ਵਿੱਚ ਪ੍ਰੇਰਿਤ ਕਰਨਾ ਹੁੰਦਾ ਹੈ। ਅਧਿਆਪਕ ਵਿਦਿਆਰਥੀਆਂ ਨੂੰ ਵਿਸ਼ੇ ਦੇ ਸੰਬੰਧ ਵਿੱਚ ਜੋ ਵੀ ਤੱਥ ਨੇ, ਜੋ ਵੀ ਫੈਕਟਸ ਨੇ, ਜਾਂ ਕਿਸੇ ਪ੍ਰਸਿੱਧ ਫੇਮਸ ਪਰਸਨੈਲਿਟੀ ਦੀ ਜੋ ਵੀ ਅਚੀਵਮੈਂਟਸ ਨੇ ਉਹਨਾਂ ਨੂੰ ਡਿਸਕ੍ਰਾਈਬ ਕਰਕੇ ਲੈਕਚਰ ਦੇ ਕੇ ਉਹਨਾਂ ਨੂੰ ਰੁਚੀਦਾਇਕ ਢੰਗ ਦੇ ਨਾਲ ਪੇਸ਼ ਕਰਦਾ ਹੈ। ਸੈਕਿੰਡ, ਟੂ ਕਲੈਰੀਫਾਈ ਕਨਸੈਪਟਸ, ਵਿਦਿਆਰਥੀਆਂ ਨੂੰ ਜਦੋਂ ਵੀ ਬੁੱਕਸ ਦੇ ਵਿੱਚੋਂ ਕਿਸੇ ਕਨਸੈਪਟ ਨੂੰ ਪੜ੍ਹਦੇ ਹਨ ਤਾਂ ਉਹ ਅਰਥਾਂ ਨੂੰ, ਧਾਰਨਾਵਾਂ ਨੂੰ ਆਪਣੇ ਹਿਸਾਬ ਦੇ ਨਾਲ ਸਮਝਦੇ ਹਨ ਅਤੇ ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਮਾਜਿਕ ਅਧਿਐਨ ਜਾਂ ਸੋਸ਼ਲ ਸਟੱਡੀਜ਼ ਦਾ ਅਧਿਆਪਕ ਵਿਦਿਆਰਥੀਆਂ ਨੂੰ ਲੈਕਚਰ ਦੇ ਕੇ ਉਹਨਾਂ ਦੇ ਜੋ ਵੀ ਫੈਕਟਸ ਨੇ, ਡਾਊਟਸ ਨੇ, ਉਹਨਾਂ ਨੂੰ ਕਲੀਅਰ ਕਰੇ। ਥਰਡ ਹੈ ਟੂ ਪ੍ਰੋਵਾਈਡ ਐਡੀਸ਼ਨਲ ਮਟੀਰੀਅਲ, ਵਿਦਿਆਰਥੀ ਜਦੋਂ ਵੀ ਬੁੱਕਸ ਦੇ ਵਿੱਚੋਂ ਜਾਂ ਪੁਸਤਕਾਂ ਦੇ ਵਿੱਚੋਂ ਸਮਾਜਿਕ ਅਧਿਐਨ ਦਾ ਵਿਸ਼ਾ ਪੜ੍ਹਦੇ ਹਨ ਤਾਂ ਉਹ ਉਸ ਪੁਸਤਕਾਂ ਦੇ ਵਿੱਚੋਂ ਸੈਟਿਸਫਾਈ ਨਹੀਂ ਹੋ ਪਾਉਂਦੇ, ਜਿਸ ਦੇ ਕਰਕੇ ਵਿਦਿਆਰਥੀਆਂ ਨੂੰ ਅਧਿਆਪਕ ਦੁਆਰਾ ਵਾਧੂ ਵਿਸ਼ੇ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਇਹ ਹੁੰਦਾ ਹੈ ਕਿ ਅਧਿਆਪਕ ਵਿਦਿਆਰਥੀਆਂ ਨੂੰ ਲੈਕਚਰ ਦੇ ਕੇ ਐਕਸਟਰਾ ਨੌਲੇਜ ਪ੍ਰੋਵਾਈਡ ਕਰਵਾਉਂਦਾ ਹੈ। ਤੇ ਫੋਰਥ ਹੈ ਟੂ ਗਿਵ ਅਸਾਈਨਮੈਂਟਸ, ਹਮੇਸ਼ਾ ਇਹ ਦੇਖਿਆ ਜਾਂਦਾ ਹੈ ਕਿ ਟੀਚਿੰਗ ਦੇ ਵਿੱਚ ਪੜ੍ਹਾਉਣ ਤੋਂ ਬਾਅਦ ਅਸਾਈਨਮੈਂਟਸ ਦਾ ਕੰਮ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਇਸ ਦੇ ਲਈ ਜਦੋਂ ਵੀ ਅਧਿਆਪਕ ਵਿਦਿਆਰਥੀਆਂ ਨੂੰ ਅਸਾਈਨਮੈਂਟਸ ਜਾਂ ਸੌਂਪਣੀਆਂ ਪ੍ਰਦਾਨ ਕਰਦਾ ਹੈ ਤਾਂ ਉਹਨਾਂ ਨੂੰ ਅਸਾਈਨਮੈਂਟਸ ਦੇਣ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਇੱਕ ਫਾਰਮਲ ਤੌਰ ਤੇ ਕੰਟੈਂਟ ਦੇ ਸੰਬੰਧ ਦੇ ਵਿੱਚ ਫਾਰਮਲ ਲੈਕਚਰ ਪ੍ਰਦਾਨ ਕਰਦਾ ਹੈ। ਐਡਵਾਂਟੇਜ, ਟਾਈਮ ਐਂਡ ਮਨੀ ਸੇਵਿੰਗ, ਲੈਕਚਰ ਮੈਥਡ ਟਾਈਮ ਐਂਡ ਪੈਸੇ ਦੀ ਬਚਤ ਕਰਦਾ ਹੈ ਕਿਉਂਕਿ ਇਸ ਦੇ ਵਿੱਚ ਕਿਸੇ ਵੀ ਪ੍ਰਯੋਗਸ਼ਾਲਾ ਜਾਂ ਲੈਬੋਰੇਟਰੀ ਦੀ ਜ਼ਰੂਰਤ ਨਹੀਂ ਹੁੰਦੀ। ਇੱਕ ਹੀ ਕਲਾਸਰੂਮ ਦੇ ਵਿੱਚ ਅਧਿਆਪਕ ਦੁਆਰਾ ਬਹੁਤ ਸਾਰੇ ਬੱਚਿਆਂ ਨੂੰ ਟੀਚਿੰਗ ਜਿਹੜੀ ਆ ਕਰਵਾਈ ਜਾ ਸਕਦੀ ਹੈ। ਸੈਕਿੰਡ, ਬੇਸ ਆਫ ਅਦਰ ਮੈਥਡਸ, ਸਮਾਜਿਕ ਅਧਿਐਨ ਜਾਂ ਸੋਸ਼ਲ ਸਟੱਡੀ ਦੇ ਵਿੱਚ ਕਿਸੇ ਵੀ ਮੈਥਡ ਦੇ ਰਾਹੀਂ ਪੜ੍ਹਾਉਣਾ ਹੋਵੇ, ਹਰੇਕ ਵਿਧੀ ਦਾ ਆਧਾਰ ਲੈਕਚਰ ਮੈਥਡ ਹੈ, ਭਾਵੇਂ ਪ੍ਰੋਜੈਕਟ ਮੈਥਡ, ਸੋਰਸ ਮੈਥਡ ਜਾਂ ਲੈਬੋਰੇਟਰੀ ਮੈਥਡ ਹੋਵੇ। ਸਾਰਿਆਂ ਦੇ ਵਿੱਚ ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਵਿਸ਼ੇ ਦੇ ਸੰਬੰਧ ਵਿੱਚ ਪਹਿਲਾਂ ਇੱਕ ਲੈਕਚਰ ਪ੍ਰਦਾਨ ਕੀਤਾ ਜਾਂਦਾ ਹੈ। ਥਰਡ, ਟੂ ਮੇਕ ਸਬ ਟੌਪਿਕ ਇੰਟਰਸਟਡ, ਉਪ ਵਿਸ਼ੇ ਨੂੰ ਰੁਚੀਦਾਇਕ ਬਣਾਉਣਾ। ਜਦੋਂ ਵੀ ਵਿਦਿਆਰਥੀਆਂ ਨੂੰ ਅਧਿਆਪਕ ਦੁਆਰਾ ਪੜ੍ਹਾਇਆ ਜਾਂਦਾ ਹੈ ਤਾਂ ਵਿਦਿਆਰਥੀ ਜੋ ਵੀ ਪੜ੍ਹਦੇ ਹਨ, ਅਧਿਆਪਕ ਨੂੰ ਪਤਾ ਚੱਲਦਾ ਹੈ ਕਿ ਵਿਦਿਆਰਥੀ ਜਾਂ ਸਟੂਡੈਂਟ ਇਸ ਦੇ ਵਿੱਚ ਇੰਟਰਸਟ ਲੈ ਰਹੇ ਹਨ ਜਾਂ ਨਹੀਂ। ਜੇਕਰ ਵਿਦਿਆਰਥੀ ਆਪਣੇ ਸਬ ਟੌਪਿਕ ਤੋਂ ਭਟਕਦੇ ਹਨ ਤਾਂ ਅਧਿਆਪਕ ਅਜਿਹੀਆਂ ਹਾਸ-ਰਸ ਜਾਂ ਐਗਜ਼ਾਮਪਲਸ ਵਿਦਿਆਰਥੀਆਂ ਨੂੰ ਦਿੰਦਾ ਹੈ ਜਿਸ ਦੇ ਨਾਲ ਉਹ ਆਪਣੇ ਵਿਸ਼ੇ ਜਾਂ ਸਬ ਟੌਪਿਕ ਦੇ ਵਿੱਚ ਇੰਟਰਸਟ ਕ੍ਰੀਏਟ ਕਰਦੇ ਹਨ। ਤੇ ਫੋਰਥ ਹੈ ਯੂਜ਼ਫੁਲ ਟੂ ਰਿਵਿਊ ਐਂਡ ਸਮਰੀ, ਇਸ ਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਵੀ ਸਮਾਜਿਕ ਅਧਿਐਨ ਜਾਂ ਸੋਸ਼ਲ ਸਟੱਡੀਜ਼ ਦਾ ਟੀਚਰ ਵਿਦਿਆਰਥੀਆਂ ਨੂੰ ਸਮਾਜਿਕ ਅਧਿਐਨ ਦੇ ਸੰਬੰਧ ਵਿੱਚ ਟੌਪਿਕ ਕਰਵਾਉਂਦਾ ਹੈ ਤਾਂ ਉਦੋਂ ਜਿਹੜੇ ਵੀ ਜੋ ਵੀ ਕਨਸੈਪਟ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਹਨ ਉਹ 4-5 ਦਿਨਾਂ ਦੇ ਵਿੱਚ ਜੋ ਵਿਦਿਆਰਥੀਆਂ ਨੇ ਸਿੱਖਿਆ ਹੁੰਦਾ ਹੈ ਉਹਨਾਂ ਦਾ ਇੱਕ ਲੈਕਚਰ ਦੇ ਵਿੱਚ ਟੀਚਰਸ ਦੁਆਰਾ ਜਾਂ ਸਟੂਡੈਂਟਸ ਦੇ ਦੁਆਰਾ ਰਿਵਿਊ ਜਾਂ ਸਾਰ ਦਿੱਤਾ ਜਾਂਦਾ ਹੈ। ਤੇ ਡਾਇਰੈਕਟ ਕੰਟੈਕਟ ਬਿਟਵੀਨ ਟੀਚਰ ਐਂਡ ਸਟੂਡੈਂਟਸ, ਲੈਕਚਰ ਮੈਥਡ ਦੀ ਇਹ ਇੱਕ ਬਹੁਤ ਬੜੀ ਐਡਵਾਂਟੇਜ ਹੈ ਕਿ ਜਦੋਂ ਵੀ ਟੀਚਰ ਅਧਿਆਪਨ ਕਰਦਾ ਹੈ ਜਾਂ ਆਪਣੇ ਸਮਾਜਿਕ ਅਧਿਐਨ ਦੇ ਵਿੱਚ ਵਿਦਿਆਰਥੀਆਂ ਨੂੰ ਟੌਪਿਕਸ ਪੜ੍ਹਾਉਂਦਾ ਹੈ ਤਾਂ ਵਿਦਿਆਰਥੀ ਤੇ ਅਧਿਆਪਕ ਸਿੱਧੇ ਤੌਰ ਤੇ ਇੱਕ ਦੂਜੇ ਨਾਲ ਜੁੜਦੇ ਹਨ। ਡਿਵੈਲਪਮੈਂਟ ਆਫ ਕੰਸੈਂਟਰੇਸ਼ਨ, ਲੈਕਚਰ ਮੈਥਡ ਦੇ ਵਿੱਚ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਸਮੇਂ ਕੰਸੈਂਟਰੇਟ ਕਰਦਾ ਹੈ ਤੇ ਇਸ ਦੇ ਨਾਲ ਹੀ ਵਿਦਿਆਰਥੀ ਵੀ ਟੀਚਰ ਦੇ ਪ੍ਰਤੀ ਕੰਸੈਂਟਰੇਟ ਕਰਦੇ ਹਨ ਕਿਉਂਕਿ ਇਸ ਦੇ ਵਿੱਚ ਵਿਦਿਆਰਥੀਆਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਜੇਕਰ ਉਹ ਅਧਿਆਪਕ ਜਾਂ ਟੀਚਰ ਦੁਆਰਾ ਬੋਲੇ ਗਏ ਸ਼ਬਦਾਂ ਦੇ ਉੱਤੇ ਧਿਆਨ ਨਹੀਂ ਦੇਣਗੇ ਤਾਂ ਉਹ ਸਬ ਟੌਪਿਕ ਦੇ ਸੰਬੰਧ ਵਿੱਚ ਕਿਧਰੋਂ ਵੀ ਗਿਆਨ ਜਿਹੜਾ ਇਕੱਠਾ ਨਹੀਂ ਕਰ ਸਕਦੇ, ਇਸ ਲਈ ਉਹ ਕੰਸੈਂਟਰੇਟ ਕਰਦੇ ਹਨ। ਬੈਨੀਫੀਸ਼ੀਅਲ ਫੋਰ ਇੰਟੈਲੀਜੈਂਟ ਸਟੂਡੈਂਟਸ, ਲੈਕਚਰ ਮੈਥਡ ਹੁਸ਼ਿਆਰ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੈ ਕਿਉਂਕਿ ਹੁਸ਼ਿਆਰ ਵਿਦਿਆਰਥੀਆਂ ਨੂੰ ਬੁੱਕਸ ਕਦੇ ਵੀ ਸੈਟਿਸਫਾਈ ਨਹੀਂ ਕਰ ਪਾਉਂਦੀਆਂ,
ਇਸ ਲਈ ਜਦੋਂ ਵੀ ਅਧਿਆਪਕ ਵਿਦਿਆਰਥੀਆਂ ਨੂੰ ਕੰਟੈਂਟ ਦੇ ਸੰਬੰਧ ਵਿੱਚ, ਸਬ ਟੌਪਿਕ ਦੇ ਸੰਬੰਧ ਵਿੱਚ ਨੌਲੇਜ ਪ੍ਰੋਵਾਈਡ ਕਰਦੇ ਹਨ ਤਾਂ ਉਦੋਂ ਐਕਸਟਰਾ ਟੈਕਨੋਲੋਜੀ ਦੇ ਜ਼ਰੀਏ ਜਾਂ ਐਕਸਟਰਾ ਰੈਫਰੈਂਸ ਦੀਆਂ ਬੁੱਕਸ ਪੜ੍ਹ ਕੇ ਵਿਦਿਆਰਥੀਆਂ ਨੂੰ ਨੌਲੇਜ ਦਿੰਦੇ ਹਨ। ਡੀਮੈਰਿਟਸ ਕੀ ਨੇ ਇਹਦੀਆਂ? ਹਾਰਮਫੁਲ। ਇਹ ਲੈਕਚਰ ਮੈਥਡ ਹਾਰਮਫੁਲ ਹੈ, ਹਾਨੀਕਾਰਕ ਹੈ, ਕਿਉਂਕਿ ਇਸ ਦੇ ਵਿੱਚ ਇਹ ਡਰ ਬਣਿਆ ਰਹਿੰਦਾ ਹੈ ਕਿ ਟੀਚਰ ਪੁਸਤਕਾਂ ਦਾ ਸਥਾਨ ਨਾ ਲੈ ਲੈਣ, ਕਿਉਂਕਿ ਇਹ ਹੁੰਦਾ ਹੈ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਪੁਸਤਕਾਂ ਪੜ੍ਹਨੀਆਂ ਜ਼ਿਆਦਾ ਪਸੰਦ ਨਹੀਂ ਹੁੰਦੀਆਂ। ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਨੂੰ ਟੀਚਰ ਦੇ ਬੋਲੇ ਗਏ ਸ਼ਬਦਾਂ ਜਾਂ ਉਸਦੇ ਦੱਸੇ ਗਏ ਤੱਥਾਂ, ਉਹਨਾਂ ਦੇ ਦੱਸੀਆਂ ਹੋਈਆਂ ਧਾਰਨਾਵਾਂ ਜਾਂ ਅਰਥਾਂ ਤੋਂ ਹੀ ਸਾਡੇ ਜਿਹੜੇ ਨੇ ਸਾਡਾ ਕੰਮ ਆ ਜਿਹੜਾ ਉਹ ਚੱਲ ਸਕੇ। ਅਨਪ੍ਰੈਡਿਕਟਡ ਮੈਥਡ। ਇਹ ਅਨਪ੍ਰੈਡਿਕਟਡ ਮੈਥਡ ਹੈ ਕਿਉਂਕਿ ਇਸ ਦੇ ਵਿੱਚ ਅਸੀਂ ਜਾਂ ਅਧਿਆਪਕ ਕਿਸੇ ਵੀ ਤਰ੍ਹਾਂ ਦੀ ਭਵਿੱਖਬਾਣੀ ਨਹੀਂ ਕਰ ਸਕਦੇ ਕਿ ਵਿਦਿਆਰਥੀਆਂ ਨੂੰ ਲੈਕਚਰ ਦੇ ਰਾਹੀਂ ਅਧਿਆਪਕ ਨੇ ਬੋਲ ਕੇ ਜੋ ਵੀ ਪੜ੍ਹਾਇਆ ਹੈ ਕਿ ਵਿਦਿਆਰਥੀਆਂ ਨੇ ਉਸ ਨੂੰ ਸਹੀ ਅਰਥਾਂ ਦੇ ਵਿੱਚ ਸਮਝਿਆ ਹੈ ਜਾਂ ਵਿਦਿਆਰਥੀ ਉਸ ਨੂੰ ਕਿੰਨਾ ਕੁ ਆਪਣੇ ਅੰਦਰ ਗ੍ਰਹਿਣ ਕਰ ਚੁੱਕੇ ਹਨ। ਐਕਸਟਰਾ ਬਰਡਨ ਔਨ ਟੀਚਰਸ। ਅਧਿਆਪਕਾਂ ਤੇ ਵਾਧੂ ਭਾਰ। ਲੈਕਚਰ ਮੈਥਡ ਅਧਿਆਪਕਾਂ ਤੇ ਇੱਕ ਵਾਧੂ ਭਾਰ ਬਣਿਆ ਹੁੰਦਾ ਹੈ ਕਿਉਂਕਿ ਅਧਿਆਪਕਾਂ ਨੇ ਸਭ ਤੋਂ ਪਹਿਲਾਂ ਜਦੋਂ ਵੀ ਕਲਾਸਰੂਮ ਦੇ ਵਿੱਚ ਆਪਣਾ ਲੈਕਚਰ ਦੇਣਾ ਹੈ ਤਾਂ ਉਸ ਨੂੰ ਸਭ ਤੋਂ ਪਹਿਲੇ ਇੱਕ ਟੌਪਿਕ ਚੂਜ਼ ਕਰਨਾ ਪੈਂਦਾ, ਫਿਰ ਪ੍ਰੈਪਰੇਸ਼ਨ ਉਸ ਨੂੰ ਆਰਗੇਨਾਈਜ਼ ਕਰਨਾ ਪੈਂਦਾ ਹੈ। ਇਸ ਲਈ ਟੀਚਰਸ ਤੇ ਇਹ ਇੱਕ ਵਾਧੂ ਬਰਡਨ ਬਣਿਆ ਰਹਿੰਦਾ ਹੈ। ਬੋਰਿੰਗ ਐਂਡ ਪੈਰਾਡੌਕਸੀ। ਲੈਕਚਰ ਮੈਥਡ ਸਟੂਡੈਂਟਸ ਲਈ ਬੋਰਿੰਗ ਹੁੰਦਾ ਹੈ ਕਿਉਂਕਿ ਇਸ ਦੇ ਵਿੱਚ ਵਿਦਿਆਰਥੀ ਪੈਸਿਵ ਲਰਨਰ ਦੀ ਤਰ੍ਹਾਂ ਪੜ੍ਹਦੇ ਹਨ। ਉਹ ਟੀਚਰਸ ਨੂੰ ਕੋਈ ਕੁਐਸਚਨਿੰਗ ਨਹੀਂ ਕਰ ਪਾਉਂਦੇ ਅਤੇ ਇਸ ਦੇ ਕਾਰਨ ਉਹ ਸੁਸਤ ਹੋ ਕੇ ਅਧਿਆਪਨ ਦੇ ਵਿੱਚ ਕਾਰਜ ਕਰਦੇ ਹਨ। ਪੈਰਾਡੌਕਸੀ। ਰੂੜੀਵਾਦੀ। ਇਹ ਲੈਕਚਰ ਮੈਥਡ ਇੱਕ ਰੂੜੀਵਾਦੀ ਧਾਰਨਾ ਹੈ ਕਿਉਂਕਿ ਟ੍ਰੈਡੀਸ਼ਨਲ ਪੀਰੀਅਡ ਤੋਂ ਇਹ ਕਨਸੈਪਟ ਬਣਿਆ ਹੈ ਕਿ ਗੁਰੂ ਦੁਆਰਾ ਦੱਸੀਆਂ ਧਾਰਨਾਵਾਂ ਨੂੰ ਹੀ ਚੇਲੇ ਜਾਂ ਸਿਖਿਆਰਥੀ ਨੇ ਸਿੱਖਣਾ ਹੈ। ਅਨਸਾਈਕੋਲੋਜੀਕਲ। ਗੈਰ ਮਨੋਵਿਗਿਆਨਿਕ। ਲੈਕਚਰ ਮੈਥਡ ਵਿਦਿਆਰਥੀਆਂ ਲਈ ਗੈਰ ਮਨੋਵਿਗਿਆਨਿਕ ਹੈ ਕਿਉਂਕਿ ਸਾਡੀ ਅੱਜ ਦੀ ਸਿੱਖਿਆ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਵਿਦਿਆਰਥੀਆਂ ਨੂੰ ਲਰਨਿੰਗ ਬਾਈ ਡੂਇੰਗ ਰਾਹੀਂ ਜਾਂ ਐਕਟੀਵਿਟੀ ਕਰਵਾ ਕੇ ਸਿੱਖਿਆ ਦਿੱਤੀ ਜਾਵੇ। ਲੈਕਚਰ ਮੈਥਡ ਦੇ ਵਿੱਚ ਅਧਿਆਪਕ ਬੋਲਦਾ ਹੈ, ਵਿਦਿਆਰਥੀਆਂ ਦਾ ਕੰਮ ਸਿਰਫ ਸੁਣਨਾ ਹੁੰਦਾ ਹੈ, ਜਿਸ ਦੇ ਕਰਕੇ ਉਹ ਪ੍ਰੋਪਰ ਜਿਹੜਾ ਇਹ ਐਜੂਕੇਸ਼ਨ ਨੂੰ ਗੇਨ ਨਹੀਂ ਕਰ ਪਾਉਂਦੇ। ਸਟੂਡੈਂਟਸ ਰਿਮੇਨ ਪੈਸਿਵ। ਸਟੂਡੈਂਟ ਇਸ ਦੇ ਵਿੱਚ ਜਿਹੜੇ ਨੇ ਪੈਸਿਵ ਰਹਿੰਦੇ ਹਨ, ਉਹਨਾਂ ਦੀ ਕੋਈ ਪਾਰਟਿਸਿਪੇਸ਼ਨ ਨਹੀਂ ਹੁੰਦੀ। ਜੋ ਵੀ ਅਧਿਆਪਕ ਬੋਲਦਾ ਹੈ, ਜੋ ਵੀ ਵਿਦਿਆਰਥੀਆਂ ਨੂੰ ਤੱਥ ਦੱਸਦਾ ਹੈ, ਧਾਰਨਾਵਾਂ ਦੱਸਦੇ ਹਨ, ਉਹ ਵਿਦਿਆਰਥੀਆਂ ਨੇ ਉਸ ਤਰ੍ਹਾਂ ਹੀ ਪੜ੍ਹਨੇ ਅਤੇ ਸਮਝਣੇ ਹੁੰਦੇ ਹਨ। ਨੋ ਸੁਟੇਬਲ। ਲੈਕਚਰ ਮੈਥਡ ਦੀ ਇਹ ਸਭ ਤੋਂ ਵੱਡੀ ਖਾਮੀ ਹੈ ਕਿ ਸਾਰੇ ਵਿਦਿਆਰਥੀਆਂ ਲਈ ਜਾਂ ਸਾਰੇ ਅਧਿਆਪਕਾਂ ਲਈ ਲਾਹੇਵੰਦ ਜਾਂ ਬੈਨੀਫੀਸ਼ੀਅਲ ਨਹੀਂ ਹੈ ਕਿਉਂਕਿ ਲੈਕਚਰ ਮੈਥਡ ਸਿਰਫ ਹਾਇਰ ਸੈਕੰਡਰੀ ਸਟੂਡੈਂਟਸ ਲਈ ਬੈਨੀਫੀਸ਼ੀਅਲ ਹੈ। ਛੋਟੇ ਲੈਵਲ ਦੇ ਜਾਂ ਪ੍ਰਾਇਮਰੀ ਲੈਵਲ ਦੇ ਵਿਦਿਆਰਥੀ ਲੈਕਚਰ ਮੈਥਡ ਦੇ ਅਧੀਨ ਪੜ੍ਹ ਨਹੀਂ ਸਕਦੇ ਕਿਉਂਕਿ ਉਹਨਾਂ ਦੀ ਮੈਂਟੈਲਿਟੀ, ਉਹਨਾਂ ਦੀਆਂ ਡਿਜ਼ਾਇਰਸ, ਉਹਨਾਂ ਦੀਆਂ ਨੀਡਸ ਉਹਨਾਂ ਨੂੰ ਅਲਾਉ ਨਹੀਂ ਕਰ ਪਾਉਂਦੀਆਂ, ਜਿਸ ਕਰਕੇ ਇਹ ਹਾਇਰ ਸੈਕੰਡਰੀ ਵਿਦਿਆਰਥੀਆਂ ਲਈ ਹੀ ਲਾਹੇਵੰਦ ਹੈ। ਕਨਕਲੂਜਨ। ਜੇਕਰ ਅਸੀਂ ਲੈਕਚਰ ਮੈਥਡ ਦੀ ਗੱਲ ਕਰੀਏ, ਲੈਕਚਰ ਮੈਥਡ ਇੱਕ ਅਜਿਹੀ ਵਿਧੀ ਹੈ ਜਿਹੜੀ ਕਿ ਇੱਕ ਅਧਿਆਪਕ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ ਅਤੇ ਜਿਸ ਦੇ ਅਧੀਨ ਵਿਦਿਆਰਥੀ ਗਿਆਨ ਪ੍ਰਾਪਤ ਕਰਦੇ ਹਨ। ਇਸ ਦੇ ਵਿੱਚ ਬਹੁਤ ਸਾਰੇ ਗੁਣ ਹਨ ਅਤੇ ਇਸ ਦੇ ਨਾਲ ਹੀ ਇਸ ਦੇ ਬਹੁਤ ਸਾਰੇ ਔਗੁਣ ਹਨ। ਜੇਕਰ ਇਸ ਦੇ ਔਗੁਣਾਂ ਨੂੰ ਦੂਰ ਕੀਤਾ ਜਾਵੇ, ਕਹਿਣ ਦਾ ਭਾਵ ਇਹ ਹੈ ਅਧਿਆਪਕ ਲੈਕਚਰ ਦੇ ਸਮੇਂ ਪੂਰੀ ਤਰ੍ਹਾਂ ਤਿਆਰ ਹੋਵੇ ਅਤੇ ਨਾਲ ਹੀ ਉਹ ਇਸ ਦੇ ਨਾਲ ਹੀ ਉਹ ਬਹੁਤ ਸਾਰੀਆਂ ਜਿਹੜੀਆਂ ਇਸ ਦੇ ਵਿੱਚ ਹਾਸ-ਰਾਸ ਭਰੀਆਂ ਐਗਜ਼ਾਮਪਲਸ ਦੀ ਵਰਤੋਂ ਕਰੇ ਤਾਂ ਲੈਕਚਰ ਮੈਥਡ ਵੀ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਧਿਆਪਨ ਵਿਧੀ ਦੇ ਤੌਰ ਤੇ ਉੱਭਰ ਸਕਦੀ ਹੈ। ਧੰਨਵਾਦ।